ਮਾਹਰ ਕਹਿੰਦੇ ਨੇ ਕਿ ਜੇ ਕਾਰਪੋਰੇਟ ਦੀ ਲੁੱਟ ਤੋਂ ਬਚਣਾ ਆ ਤੇ ਸਾਨੂੰ ਸਰਕਾਰੀ ਅਦਾਰਿਆਂ ਦੇ ਨਾਲ ਜੁੜਨਾ ਪਵੇਗਾ। ਸਹਿਕਾਰੀ ਸਭਾਵਾਂ ਜਿਨ੍ਹਾਂ ਖੇਤਰਾਂ ਦੇ ਵਿੱਚ ਵਧੀਆ ਕੰਮ ਕਰ ਰਹੀਆਂ ਨੇ ਉਹਨਾਂ ਸਹਿਕਾਰੀ ਸਭਾਵਾਂ ਦਾ ਇਸ ਵਕਤ ਪੂਰਾ ਪੰਜਾਬ ਦੇ ਵਿੱਚ ਨਾਂ ਬਣਿਆ ਹੋਇਆ। ਬਹੁਤ ਵਧੀਆ ਜੀ। ਮਾਰਕੀਟ ਦੇ ਵਿੱਚ ਤਕਰੀਬਨ ਲਗਭਗ ਸਾਰਾ ਸਮਾਨ ਹੀ ਆਮ ਬਾਜ਼ਾਰ ਨਾਲੋਂ ਸਸਤਾ ਮਿਲਦਾ ਹੈ ਔਰ ਵਧੀਆ ਮਿਲਦਾ ਹੈ। ਇਸ ਤੋਂ ਇਲਾਵਾ ਖਾਦ ਕੀਟਨਾਸ਼ਕ ਦਵਾਈਆਂ ਉਹ ਵੀ ਸਾਨੂੰ ਬਾਜ਼ਾਰ ਨਾਲੋਂ ਸਸਤੀਆਂ ਤੇ ਵਧੀਆ ਮਿਲਦੀਆਂ ਹਨ। ਤੇ ਫਿਰ 7 ਦਿਨ ਖੋਲ੍ਹਦੇ ਆ ਜਾਂ ਕਿੱਦਾਂ? ਸੋਸਾਇਟੀ ਹਾਂਜੀ 7 ਦਿਨ ਖੋਲ੍ਹਦੇ ਆ, ਸਾਲ ਦੇ 365 ਦਿਨ ਖੋਲ੍ਹਦੇ ਆ। ਕਸਟਮਰ ਨੂੰ MRP ਜਾਂ ਪ੍ਰਿੰਟ ਤੋਂ ਥੱਲੇ ਲੈਸ ਦਿੰਨੀ ਕੁਝ? ਬਿਲਕੁਲ ਲੈਸ ਦਿੰਦੇ ਆ ਜੀ। ਕੋਸ਼ਿਸ਼ ਕਰਦੇ ਆ ਕਿ ਇਹਨਾਂ ਚੀਜ਼ਾਂ ਦੇ ਵਿੱਚ ਆਮ ਤੌਰ ਤੇ 10% ਲੈਸ ਤੇ ਸਾਨੂੰ ਮਿਲਦੀਆਂ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ 6% ਆਪਣੇ ਮੈਂਬਰ ਨੂੰ ਛੱਡੀਏ। ਤੇ ਲਗਭਗ 330 ਰੁਪਏ ਬਣਦੇ ਨੇ ਤੇ ਤੁਸੀਂ ਦੇ ਕੇ ਆਏ ਹੋ 309 ਰੁਪਏ। 309 ਰੁਪਏ 20 ਰੁਪਏ ਦਾ ਫਰਕ ਪੈ ਗਿਆ ਤੁਹਾਡੇ ਸਾਹਮਣੇ ਦੋ ਪ੍ਰੋਡਕਟਾਂ ਦੇ ਵਿੱਚ। ਫਾਇਦਾ ਹੀ ਹੁੰਦਾ ਇਹਨਾਂ ਨੂੰ, ਉਹ ਸਾਰਾ ਫਾਇਦਾ ਸਾਰੇ ਮੈਂਬਰਾਂ ਨੂੰ, ਸਾਰੇ ਪਬਲਿਕ ਦੇ ਸਾਹਮਣੇ ਰੱਖਦੇ ਆ, ਉਹ ਦੱਸਦੇ ਆ। ਇੱਥੇ ਸਾਫ ਸਫਾਈ ਪੂਰੀ ਹੈ ਜੀ, ਬਿਲਕੁਲ ਸਾਫ ਦਾਲਾਂ, ਬਿਲਕੁਲ ਸਾਫ ਸਬਜ਼ੀ ਸਮਾਨ ਮਿਲਦਾ ਬਿਲਕੁਲ। ਜਿਸ ਤਰ੍ਹਾਂ ਮਾਰਕੀਟ ਦੇ ਬਹੁਤ ਵਧੀਆ ਪ੍ਰੋਡਕਟ ਆਉਂਦੇ ਨੇ, ਜਿਵੇਂ ਸੋਹਣੇ ਦਾ ਲੈਮਨ ਪਿਕਲ ਆ, ਮਾਰਕੀਟ ਦੇ ਵਿੱਚੋਂ ਇਹ ਬੜਾ ਟੇਸਟ ਮਿਲਦਾ ਹੀ ਨਹੀਂ। NRI ਪਬਲਿਕ ਵੀ ਬਹੁਤ ਪਸੰਦ ਕਰਦੀ ਹੈ ਤੇ ਇਹਨੂੰ ਜ਼ਰੂਰ ਲੈ ਕੇ ਜਾਂਦੀ ਆ। ਤਕਰੀਬਨ ਇਸ ਸੈਕਸ਼ਨ ਦੇ ਵਿੱਚ ਸਾਡਾ ਸਾਰਾ ਹੀ ਪਰਸਨਲ ਕੇਅਰ ਦਾ ਸਮਾਨ ਪਿਆ। ਇਹਦੇ ਵਿੱਚ ਕੋਈ ਵੀ ਖਾਣੇ ਪੀਣੇ ਵਾਲੀ ਆਈਟਮ ਨਹੀਂ, ਹਰ ਇੱਕ ਆਈਟਮ ਡਿਸਪਲੇ ਆ। ਜਿਹੜੇ ਦਾ ਸਾਡੇ ਕੋਲ ਬਹੁਤੇ ਸਮਾਨ ਹੈਗੇ ਆ ਉਹ ਮਾਰਕੀਟ ਤੋਂ ਹੀ ਆਉਂਦੇ ਨੇ। ਜੋ ਮਾਰਕੀਟ ਤੋਂ ਸਾਨੂੰ ਅਵੇਲ ਨਹੀਂ ਹੁੰਦੇ ਉਹ ਅਸੀਂ ਵਾਲਮਾਰਟ ਤੋਂ ਲੈਂਦੇ ਆ। ਟੋਟਲੀ ਜਿੰਨੇ ਵੀ ਸਾਡੀ ਪਰਚੇਜ਼ ਹੈਗੀ ਆ ਉਹ ਸਾਰੀ ਚੈੱਕ ਤੇ RTGS ਦੇ ਰਾਹੀਂ ਆ। ਕੋਈ ਵੀ ਇੱਕ ਪੈਸੇ ਦੀ ਵੀ ਕੈਸ਼ ਪਰਚੇਜ਼ ਨਹੀਂ ਹੈਗੀ। ਹਰ ਇੱਕ ਸਾਲ 15 ਲੱਖ ਤੋਂ ਜ਼ਿਆਦਾ ਹੀ ਹੁੰਦਾ ਜੀ। 15 ਲੱਖ ਤੋਂ ਮੇਰਾ ਖਿਆਲ ਨਹੀਂ ਕਦੇ ਘਟਿਆ ਹੋਵੇ। 15 ਲੱਖ ਦੇ ਕਰੀਬ ਅਸੀਂ ਇਨਕਮ ਟੈਕਸ ਜਿਹੜਾ ਪੇ ਕਰਦੇ ਹਾਂ ਜੀ। ਕਿੰਨੇ ਕੁ ਤੁਸੀਂ ਮੁਲਾਜ਼ਮ ਇਸ ਵਕਤ ਸਰਕਾਰ ਵੱਲੋਂ ਇੱਥੇ ਭੇਜੇ ਹੋ? ਕਿੰਨੇ ਕੁ ਤੁਹਾਡੇ ਕੋਲ ਪ੍ਰਾਈਵੇਟ ਤੁਸੀਂ EMPLOYE ਰੱਖੇ ਹੋਏ ਨੇ? ਇਹ ਅਦਾਰਾ 1952 ਤੋਂ ਚੱਲਦਾ ਰਿਹਾ। ਸਮਾਂ ਪਾ ਕੇ ਸ਼ੁਰੂਆਤ ਦੇ ਵਿੱਚ ਤਾਂ ਕਾਫੀ ਵਧੀਆ ਚੱਲਦਾ ਸੀ, ਸੁਣਨ ਵਿੱਚ ਆਇਆ, ਤੇ ਤਕਰੀਬਨ 2000 ਤੋਂ ਬਾਅਦ ਥੋੜਾ ਇਹ ਲਾਸ ਵਿੱਚ ਗਿਆ। ਅਦਾਰੇ ਨੂੰ ਇੱਕ ਸਹਿਕਾਰਤਾ ਦਾ ਫੁੱਲ ਬਣਾਉਣਾ, ਜਿਹਦੀ ਖੁਸ਼ਬੂ ਸਾਰੇ ਪਾਸੇ ਆਵੇ, ਤੇ ਉਹ ਜਿਹੜਾ ਤਹਈਆ ਸੀ ਇਹ ਪੂਰਾ ਹੋਇਆ। ਤੇ ਅੱਜ ਸਾਡਾ ਅਦਾਰਾ ਜਿਹੜਾ ਆ 5 ਕਰੋੜ ਨਿਰੋਲ ਮੁਨਾਫੇ ਤੇ ਆ। ਇਸ ਵਕਤ ਅਸੀਂ ਮੌਜੂਦ ਹਾਂ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਸ਼ਹਿਰ ਦੇ ਵਿੱਚ। ਇਸ ਸੁਸਾਇਟੀ ਦੀ ਖਾਸੀਅਤ ਇਹ ਹੈ ਕਿ ਕਾਫੀ ਲੰਬੇ ਸਮੇਂ ਤੋਂ ਸੁਸਾਇਟੀ ਜਿਹੜੀ ਆ ਉਹ ਬਹੁਤ ਵੱਡੇ ਮੁਨਾਫੇ ਵਿੱਚ ਵੀ ਜਾ ਰਹੀ ਹੈ ਤੇ ਆਪਣੇ ਗਾਹਕਾਂ ਨੂੰ, ਆਪਣੇ ਖਰੀਦਦਾਰਾਂ ਨੂੰ ਵੱਡੀ ਮੁੱਲ ਵਜੋਂ, ਰੇਟ ਵਜੋਂ ਰਾਹਤ ਵੀ ਦਿੰਦੀ ਆ। ਤਸਵੀਰਾਂ ਮੇਰੇ ਬੈਕ ਸਾਈਡ ਤੇ ਤੁਸੀਂ ਦੇਖ ਰਹੇ ਹੋਗੇ, ਤੁਹਾਨੂੰ ਲੱਗ ਰਿਹਾ ਹੋ ਕਿ ਸੁਪਰ ਮਾਰਕੀਟ ਦੀਆਂ ਤਸਵੀਰਾਂ ਆ, ਪਰ ਇਹ ਤੁਸੀਂ ਭੁਲੇਖਾ ਖਾ ਰਹੇ। ਇਹ ਬੰਗਾ ਕੋਆਪਰੇਟਿਵ ਸੁਸਾਇਟੀ ਦੀਆਂ ਤਸਵੀਰਾਂ ਆ ਕਿ ਇਹ ਵੀ ਰੋਜ਼ਾਨਾ ਖਰੀਦੋ ਫਰੋਖਤ ਇੱਥੋਂ ਕਰਦੇ ਨੇ ਤੇ ਕਿੱਦਾਂ ਦਾ ਕੋਆਪਰੇਟਿਵ ਸੁਸਾਇਟੀ ਦਾ ਪ੍ਰਬੰਧ ਆ, ਕਿੱਦਾਂ ਦਾ ਸਟਾਫ ਦਾ ਮਿਲਵਰਤਨ ਆ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਕਿਵੇਂ ਦਾ ਪ੍ਰਬੰਧ ਹੈ ਜੀ? ਪ੍ਰਬੰਧ ਮੈਨੇਜਰ ਸਾਹਿਬ ਦਾ ਸਾਰਿਆਂ ਦਾ ਬੜਾ ਯੋਗਦਾਨ ਹੈ। ਅੱਛਾ, ਬਾਕੀ ਸਟਾਫ ਦਾ ਉਹਨਾਂ ਜ਼ਿਆਦਾ ਯੋਗਦਾਨ ਹੈ ਜੀ। ਆ ਜਿਹੜੀ ਤੁਸੀਂ ਖਰੀਦ ਕੀਤੀ ਹੁਣ ਤੁਸੀਂ ਅਦਾ ਕਰਕੇ ਆਏ ਹੋ 309 ਰੁਪਏ, ਤੇ ਜਿਹੜਾ ਤੁਹਾਡੇ ਹੱਥ 'ਚ ਜਿਹੜੀ ਚੀਜ਼ ਫੜੀ ਆ ਇਹ 280 ਰੁਪਏ ਪਲੱਸ 50 ਰੁਪਏ ਦੀ ਆ, ਤੇ ਲਗਭਗ 330 ਰੁਪਏ ਬਣਦੇ ਨੇ, ਤੇ ਤੁਸੀਂ ਦੇ ਕੇ ਆਏ ਹੋ 309 ਰੁਪਏ। 309 ਰੁਪਏ 20 ਰੁਪਏ ਦਾ ਫਰਕ ਪੈ ਗਿਆ ਤੁਹਾਡੇ ਸਾਹਮਣੇ ਦੋ ਪ੍ਰੋਡਕਟਾਂ ਦੇ ਵਿੱਚ। ਤੇ ਬਾਕੀ ਪ੍ਰੋਡਕਟਾਂ ਦਾ ਕੀ ਹਾਲ ਹੋਏਗਾ ਮਾਰਕੀਟ ਦੇ ਵਿੱਚ? ਇਹ ਲੈਸ ਤੁਹਾਨੂੰ ਜਿਹੜਾ ਮਾਰਕੀਟ 'ਚ ਨਹੀਂ ਮਿਲੇਗੀ। ਮਤਲਬ ਇਹਦੇ ਨਾਲ ਕੀ ਆ, ਅਦਾਰਾ ਵੀ ਮੁਨਾਫੇ 'ਚ ਤੇ ਤੁਸੀਂ ਵੀ ਮੁਨਾਫੇ 'ਚ। ਦੋਵਾਂ ਪਾਸਿਆਂ ਦਾ ਫਾਇਦਾ, ਦੋਵਾਂ ਧਿਰਾਂ ਦਾ ਫਾਇਦਾ ਹੋ ਰਿਹਾ, ਤਾਂ ਮੈਂ ਕਿਉਂ ਛੱਡਾਂ ਜੀ? ਜਾਂ ਮੈਨੂੰ ਪ੍ਰੋਫਿਟ ਮਿਲ ਰਿਹਾ ਇਹਦੇ ਵਿੱਚੋਂ, ਲੈਸ ਮਿਲ ਰਹੀ ਆ, ਤਾਂ ਮੈਂ ਕਿਉਂ ਛੱਡਾਂ ਜੀ? ਤੇ ਫਿਰ ਜਦੋਂ ਵਿਆਹ ਸ਼ਾਦੀਆਂ ਤੇ ਵੱਡੇ ਪ੍ਰੋਗਰਾਮਾਂ ਤੇ ਵੀ ਸੌਦਾ ਵਗੈਰਾ ਤੁਸੀਂ ਇੱਥੋਂ ਲੈਂਦੇ ਸਾਰਾ? ਹਾਂ, ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਫਰਕ ਪੈ ਸਕਦਾ। ਜਦ ਇੱਕ ਪ੍ਰੋਡਕਟ ਤੇ 5 ਦਾ ਫਰਕ ਆ ਤੇ ਬਾਕੀ ਤਾਂ ਉਹ ਤਾਂ ਪ੍ਰੋਡਕਟ ਹੀ ਬਹੁਤ ਹੋਣਗੇ, ਉਹਦੇ ਦਾ ਫਰਕ ਜ਼ਿਆਦਾ ਪਏਗਾ। ਜਿਵੇਂ ਕਿ ਸਰਕਾਰੀ ਅਦਾਰਿਆਂ 'ਚ ਕਾਫੀ ਅਣਗਹਿਲੀ ਹੁੰਦੀ ਆ ਸਾਫ਼ ਸੁਥਰੇ ਪੱਖੋਂ, ਜਾਂ ਇੱਦਾਂ ਸਾਫ਼ ਸਫਾਈ ਦਾ ਪੂਰਾ ਪ੍ਰਬੰਧ ਹੈਗਾ ਇੱਥੇ? ਸਾਫ਼ ਸਫਾਈ ਪੂਰੀ ਹੈ ਜੀ, ਬਿਲਕੁਲ ਸਾਫ਼ ਦਾਲਾਂ, ਬਿਲਕੁਲ ਸਾਫ਼ ਸਬਜ਼ੀ ਸਮਾਨ ਮਿਲਦਾ ਬਿਲਕੁਲ। ਜਾ ਕੇ ਤੁਹਾਨੂੰ ਸਾਫ਼ ਕਰਨ ਦੀ ਲੋੜ ਨਹੀਂ ਪਏਗੀ ਕਿਸੇ ਨੂੰ ਵੀ, ਔਰ ਕੁਆਲਿਟੀ ਵਾਈਜ਼ ਮਾਲ ਆਉਂਦਾ ਗੁੱਡ A+ ਜਾਂ ਦਾਣੇ A+ ਜੋ ਵੀ ਹੈਗਾ ਵਧੀਆ ਕੁਆਲਿਟੀ 'ਚ ਮਿਲਦਾ। ਤੇ ਕੀ ਕਿਸਾਨਾਂ ਦੀਆਂ ਜਿੱਦਾਂ ਦਵਾਈਆਂ ਜਾਂ ਖਾਦਾਂ ਵਗੈਰਾ ਸਭ ਮਿਲ ਜਾਂਦਾ? ਹਾਂ, ਮਿਲਦੀ, ਖਾਦ ਵਗੈਰਾ ਮਿਲਦੀ ਸਾਰੀ। ਬਜ਼ੁਰਗੋ, ਕੋਆਪਰੇਟਿਵ ਸੁਸਾਇਟੀ ਦੇਖ ਕੇ ਮਨ ਖੁਸ਼ ਹੋ ਰਿਹਾ। ਕਿਵੇਂ ਦਾ ਤਜਰਬਾ? ਤੁਸੀਂ ਵੀ ਖਰੀਦੋ ਫਰੋਖਤ ਕਰਦੇ ਹੋ
ਸਟਾਫ ਕਿਵੇਂ ਦਾ ਆ, ਰੇਟ ਵਾਈਜ਼ ਕਿਵੇਂ ਫਰਕ ਪੈਂਦਾ ਕੋਈ? ਬਹੁਤ ਵਧੀਆ ਜੀ। ਮਾਰਕੀਟ ਦੇ ਵਿੱਚ ਤਕਰੀਬਨ ਲਗਭਗ ਸਾਰਾ ਸਮਾਨ ਹੀ ਆਮ ਬਾਜ਼ਾਰ ਨਾਲੋਂ ਸਸਤਾ ਮਿਲਦਾ ਹੈ ਔਰ ਵਧੀਆ ਮਿਲਦਾ ਹੈ। ਉਸ ਤੋਂ ਬਾਅਦ ਸਾਨੂੰ ਉਸ ਤੋਂ ਇਲਾਵਾ ਖਾਦ, ਕੀਟਨਾਸ਼ਕ ਦਵਾਈਆਂ ਉਹ ਵੀ ਸਾਨੂੰ ਬਾਜ਼ਾਰ ਨਾਲੋਂ ਸਸਤੀਆਂ ਤੇ ਵਧੀਆ ਮਿਲਦੀਆਂ ਹਨ। ਇਹਨਾਂ ਦੀ ਡੀਲਿੰਗ ਬਹੁਤ ਵਧੀਆ ਹੈ। ਸਰਦਾਰ ਇਕਬਾਲ ਸਿੰਘ ਦੀ ਜੋ ਡੀਲਿੰਗ ਹੈ, ਬੋਲਬਾਣੀ ਬਹੁਤ ਵਧੀਆ ਹੈ ਔਰ ਸਾਰਾ ਸਟਾਫ ਦੀ ਡੀਲਿੰਗ ਬੜੀ ਅੱਛੀ ਹੈ ਔਰ ਸਾਨੂੰ ਮਾਰਕੀਟ ਨਾਲੋਂ ਕਾਫੀ ਇੱਥੇ ਸਸਤਾ ਸਮਾਨ ਮਿਲਦਾ ਤੇ ਵਧੀਆ ਮਿਲਦਾ। ਜਿਵੇਂ ਕਿ ਸਰਕਾਰ ਦਾ ਵੀ ਅਕਸਰ ਕਹਿਣਾ ਹੁੰਦਾ ਹੈ ਕਿ ਕੋਆਪਰੇਟਿਵ ਅਦਾਰੇ ਤਕੜੇ ਹੋਣੇ ਚਾਹੀਦੇ ਨੇ, ਪਰ ਆਪਾਂ ਦੇਖਦੇ ਕਿ ਪਿੰਡਾਂ ਦੀਆਂ ਸੁਸਾਇਟੀਆਂ ਜਿਹੜੀਆਂ ਆ ਛੋਟੇ ਛੋਟੇ ਧੜੇਬੰਦੀਆਂ ਵਿੱਚ ਪੈ ਕੇ ਕਾਫੀ ਘਾਟੇ ਜਾ ਰਹੀਆਂ। ਇਹ ਸੁਸਾਇਟੀ ਕਿਵੇਂ ਚੱਲ ਰਹੀ ਹੈ, ਮੁਨਾਫੇ ਵਿੱਚ ਚੱਲ ਰਹੀ ਹੈ? ਮੈਨੂੰ ਪੂਰੀ ਉਮੀਦ ਹੈ ਕਿ ਸਾਡੀ ਇਹ ਬੰਗੇ ਸ਼ਹਿਰ ਦੀ ਸੁਸਾਇਟੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਚੱਲਦੀ ਹੈ। ਮੈਂ ਤੇ ਕਰਿਆਨੇ ਵਾਲੇ ਦੁਕਾਨਾਂ ਤੇ ਦੇਖਦਾ ਬੜੇ ਘੱਟ ਲੋਕ ਹੀ ਉੱਥੇ ਜਾਂਦੇ ਆ। ਤਕਰੀਬਨ ਲਗਭਗ ਸਾਰਾ ਇਲਾਕਾ ਹੀ ਇੱਥੋਂ ਅਸੀਂ ਸਮਾਨ ਖਰੀਦਦੇ ਹਾਂ, ਇਲਾਕਾ ਵੀ ਇੱਥੋਂ ਖਰੀਦਦਾ ਹੈ ਔਰ ਸਸਤਾ ਤੇ ਵਧੀਆ ਹੈ। ਇਹ ਜਿਹੜੀ ਮਾਰਕੀਟ ਹੈ ਕਦੀ ਘਾਟੇਬੰਦੀ 'ਚ ਨਹੀਂ ਗਈ, ਪ੍ਰੋਫਿਟ 'ਚ ਗਈ ਆ। ਉਹ ਜਿੰਨਾ ਵੀ ਪ੍ਰੋਫਿਟ ਇਹਨਾਂ ਦਾ ਹੁੰਦਾ ਹੈਗਾ ਉਹ ਤਕਰੀਬਨ ਸਾਰਾ ਸਟਾਫ ਆਪਸ 'ਚ ਸ਼ੇਅਰ ਕਰਦਾ ਹੈ ਔਰ ਜਿੰਨੇ ਇੱਥੇ ਇਹਨਾਂ ਦੇ ਆਉਂਦੇ ਆ ਕਸਟਮਰ ਆਉਂਦੇ ਆ ਉਹਨਾਂ ਨੂੰ ਚਾਹ ਪਾਣੀ ਦਾ ਪ੍ਰੋਗਰਾਮ ਕਰਕੇ ਪਾਰਟੀ ਵਗੈਰਾ ਦਾ ਵੀ ਪ੍ਰੋਗਰਾਮ ਕਰਦੇ ਆ। ਮਤਲਬ ਮੁਨਾਫਾ ਜਿਹੜਾ ਹੁੰਦਾ ਆ ਉਹ ਕੋਆਪਰੇਟਿਵ ਸੁਸਾਇਟੀ ਦੇ ਜਿਹੜੇ ਮੈਂਬਰ ਆ ਉਹ ਸਾਲ ਬਾਅਦ ਫਿਰ ਉਹ ਮੁਨਾਫਾ ਉਹਨਾਂ ਦੇ ਖਾਤਿਆਂ 'ਚ ਪੈ ਜਾਂਦਾ? ਜੀ ਹਾਂ, ਉਹ ਸਾਲ ਬਾਅਦ ਉਹਨਾਂ ਦੇ ਖਾਤਿਆਂ 'ਚ ਵੀ ਕੋਈ ਪੈ ਜਾਂਦਾ। ਬਾਕੀ ਜਿਹੜੇ ਇਲਾਕੇ ਨਿਵਾਸੀ ਇਹਨਾਂ ਦੇ ਆਉਂਦੇ ਆ ਉਹਨਾਂ ਦੀ ਟੀ ਪਾਰਟੀ ਚਾਹ ਪਾਣੀ ਵੀ ਕਰਦੇ ਆ ਔਰ ਬਹੁਤ ਵਧੀਆ ਅਰੇਂਜਮੈਂਟ, ਸਾਰਾ ਹਿਸਾਬ ਕਿਤਾਬ ਦੱਸਦੇ ਆ ਕਿ ਸਾਨੂੰ ਕਿੰਨਾ ਇਹਦੇ ਵਿੱਚ ਨਫਾ ਹੋਇਆ, ਨੁਕਸਾਨ, ਫਾਇਦਾ ਹੋਇਆ ਔਰ ਕਿੰਨਾ ਫਾਇਦਾ ਹੀ ਹੁੰਦਾ, ਘਾਟਾ ਤਾਂ ਕਦੀ ਹੋਇਆ ਹੀ ਨਹੀਂਗਾ ਕਿਉਂਕਿ ਡੀਲਿੰਗ ਬਹੁਤ ਵਧੀਆ, ਫਾਇਦਾ ਹੀ ਹੁੰਦਾ ਇਹਨਾਂ ਨੂੰ। ਉਹ ਸਾਰਾ ਫਾਇਦਾ ਸਾਰੇ ਮੈਂਬਰਾਂ ਨੂੰ, ਸਾਰੇ ਪਬਲਿਕ ਦੇ ਸਾਹਮਣੇ ਰੱਖਦੇ ਆ, ਉਹ ਦੱਸਦੇ ਆ। ਮਾਰਕੀਟ ਵਿੱਚ ਲੁੱਟ ਹੋਣ ਨਾਲੋਂ ਤੁਸੀਂ ਕੀ ਆਮ ਲੋਕਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਸਹਿਕਾਰਤਾ ਵਿਭਾਗ ਆ, ਕੋਆਪਰੇਟਿਵ ਸੁਸਾਇਟੀਆਂ ਆ, ਇਹਨਾਂ ਨੂੰ ਕਾਮਯਾਬ ਕਰਨ ਲਈ ਇੱਦਾਂ ਦੇ ਅਦਾਰਿਆਂ ਨੂੰ ਕੀ ਕਰਨਾ ਚਾਹੀਦਾ ਆਪਾਂ? ਦੇਖੋ ਜੀ, ਮੈਂ ਆਰਮੀ 'ਚੋਂ ਰਿਟਾਇਰਮੈਂਟ ਆ। ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਜਿੰਨਾ ਵੀ ਸਮਾਨ ਵੱਧ ਤੋਂ ਵੱਧ ਮਾਰਕੀਟ 'ਚੋਂ ਖਰੀਦਿਆ ਜਾਵੇ ਉਹ ਸਸਤਾ ਹੈ, ਸਾਰੇ ਬਾਜ਼ਾਰ ਨਾਲੋਂ ਸਸਤਾ ਤੇ ਵਧੀਆ ਕੁਆਲਿਟੀ ਦਾ ਕੰਪਨੀ ਦਾ ਮਾਲ ਆਉਂਦਾ ਸਾਰਾ ਔਰ ਬਹੁਤ ਵਧੀਆ ਆਉਂਦਾ। ਬਾਕੀ ਜੇ ਵਿਆਹ ਸ਼ਾਦੀਆਂ 'ਤੇ ਅਸੀਂ ਸਮਾਨ ਲੈ ਜੀਦਾ, ਬਾਕੀ ਸਾਡਾ ਵਧਿਆ ਹੋਇਆ ਸਮਾਨ ਵੀ ਵਾਪਸ ਇਹ ਤੁਰੰਤ ਕਰ ਲੈਂਦੇ ਆ, ਸਾਨੂੰ ਕੋਈ ਦਿੱਕਤ ਨਹੀਂ ਆਉਂਦੀ। ਸਾਨੂੰ ਬਹੁਤ ਮੌਜ ਹੈ ਇਹਨਾਂ ਦੀ। ਤੇ ਹੋਰ ਪਿੰਡਾਂ ਥਾਵਾਂ 'ਤੇ ਵੀ ਉਹਨਾਂ ਨੂੰ ਸਹਿਯੋਗ ਮਿਲਣਾ ਚਾਹੀਦਾ। ਜੇ ਮਾਲ ਗੱਲਾਂ ਕੋਆਪਰੇਟਿਵ ਹੈ ਉੱਥੇ ਵੀ ਹੈਗੀ ਹੈ, ਉੱਥੇ ਵੀ ਵਧੀਆ ਮੈਨੂੰ ਲੱਗਿਆ। ਮੈਂ ਗਿਆ ਸੀ ਇੱਕ ਦਿਨ, ਉੱਥੇ ਵਧੀਆ ਉਹਨਾਂ ਦਾ ਸੇਲ ਪਰਚੇਜ ਚੰਗੀ ਹੋ ਰਹੀ ਹੈ। ਕੋਆਪਰੇਟਿਵ ਸੁਸਾਇਟੀ ਲੱਗ ਰਹੀ ਇੱਦਾਂ ਜਿੱਦਾਂ ਕੋਈ ਸੁਪਰ ਮਾਰਕੀਟ ਹੁੰਦੀ ਆ। ਤੁਸੀਂ ਖਰੀਦਦਾਰੀ ਕਰਦੇ ਆ, ਕੀ ਤਜਰਬਾ ਤੁਹਾਡਾ? ਹਾਂਜੀ, ਇੱਥੋਂ ਲਗਭਗ ਖਰੀਦਦਾਰੀ ਕਰਦੇ ਆ ਸਾਨੂੰ 5-6 ਸਾਲ ਹੋ ਗਏ ਨੇ ਤੇ ਇੱਥੇ ਹਰ ਇੱਕ ਛੱਤ ਦੇ ਥੱਲੇ ਜੋ ਰੋਜ਼ਮर्रा ਦੀ ਜ਼ਰੂਰਤਾਂ ਦਾ ਸਮਾਨ ਸਾਨੂੰ ਇੱਕ ਛੱਤ ਦੇ ਥੱਲੇ ਉਪਲਬਧ ਹੋ ਜਾਂਦਾ ਔਰ ਜੋ ਮਾਰਕੀਟ ਦੇ ਨਾਲੋਂ ਬਾਕੀ ਪ੍ਰਾਈਸ ਦਾ ਵੀ ਬਹੁਤ ਫਰਕ ਹੈ ਇੱਥੇ। ਅਤੇ ਬਾਕੀ ਇੱਥੇ ਦਾ ਜੋ ਸਟਾਫ ਹੈ ਉਹ ਵੀ ਬਹੁਤ ਹੀ ਵਧੀਆ ਢੰਗ ਨਾਲ ਕਸਟਮਰਸ ਨਾਲ ਡੀਲ ਕਰਦਾ ਹੈ ਤੇ ਬਹੁਤ ਹੀ ਵਧੀਆ ਇੱਥੋਂ ਸਾਡਾ ਤਜਰਬਾ ਹੈ। ਲੇਕਿਨ ਜਿੱਦਾਂ ਘਰੇਲੂ ਰੋਜ਼ਮर्रा ਦੀਆਂ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ? ਹਾਂਜੀ, ਲਗਭਗ ਇੱਥੇ ਹਰੇਕ ਚੀਜ਼ ਜਿਹੜੀ ਕਿ ਆਪਣੇ ਰੋਜ਼ਮर्रा ਦੀਆਂ ਕੰਮ ਆਉਣੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਹਨ। ਤੇ ਮਾਰਕੀਟ ਨਾਲੋਂ ਰੇਟਾਂ ਦਾ ਕੋਈ ਫਰਕ? ਹਾਂਜੀ, ਬਾਕੀ ਮਾਰਕੀਟ ਦੇ ਨਾਲੋਂ ਇੱਥੇ ਪ੍ਰਾਈਸ ਵੀ ਘੱਟ ਆ ਕਿ ਫਰਕ ਹੈ ਕਾਫੀ। ਤੇ ਜਿਹੜਾ ਫਿਰ ਕੋਆਪਰੇਟਿਵ ਸੁਸਾਇਟੀ ਮੁਨਾਫਾ ਕਮਾਉਂਦੀ ਉਹ ਫਿਰ ਵੰਡਦੀ ਮੈਂਬਰਾਂ ਦੇ ਵਿੱਚ? ਹਾਂਜੀ, ਇਹ ਜੋ ਇਹਨਾਂ ਦਾ ਪ੍ਰਬੰਧਕੀ ਢਾਂਚਾ ਆ ਉਹਦੇ ਇਹ ਆਪਸ ਵਿੱਚ ਹੀ ਮੈਂਬਰਾਂ ਦੇ ਵਿੱਚ ਵੰਡਿਆ ਜਾਂਦਾ ਹੈ ਜਾਂ ਜਿਸ ਤਰ੍ਹਾਂ ਇਲੈਕਸ਼ਨ ਹੁੰਦੀ ਇਹਦੀ? ਹਾਂਜੀ, ਇਹਦੀ ਬਕਾਇਦਾ ਇਲੈਕਸ਼ਨ ਹੁੰਦੀ ਆ ਤੇ ਮੈਂਬਰ ਚੁਣੇ ਜਾਂਦੇ ਹਨ ਇਲੈਕਸ਼ਨ ਦੁਆਰਾ। ਮੇਰੇ ਨਾਲ ਮੌਜੂਦ ਆ ਸਰਦਾਰ ਇਕਬਾਲ ਸਿੰਘ ਦਾ ਕੋਆਪਰੇਟਿਵ ਸੁਸਾਇਟੀ ਬੰਗਾ ਦੇ ਇੰਚਾਰਜ, ਜਿਨ੍ਹਾਂ ਦੇ ਦੇਖ ਰੇਖ ਦੇ ਵਿੱਚ ਸਾਰਾ ਇਹ ਬਿਜ਼ਨਸ ਕਹਿ ਲਈਏ ਜਾਂ ਕਾਰੋਬਾਰ ਇਹ ਚੱਲ ਰਿਹਾ। ਲੋਕਾਂ ਨੂੰ ਵੀ ਫਾਇਦਾ ਹੋ ਰਿਹਾ ਤੇ ਕੋਆਪਰੇਟਿਵ ਸੁਸਾਇਟੀ ਨੂੰ ਵੀ ਫਾਇਦਾ ਹੋ ਰਿਹਾ। ਤਮਾਮ ਗੱਲਾਂ ਬਾਤਾਂ ਕਰਾਂਗੇ ਕਿ ਖਰੀਦ ਕਿੱਥੋਂ ਕਰਦੇ ਨੇ, ਕਿੰਨੇ ਮੁਲਾਜ਼ਮ ਨੇ, ਕੀ ਲੋਕਾਂ ਨੂੰ ਪ੍ਰੋਵਾਈਡ ਕਰਾਉਂਦੇ ਨੇ, ਸਾਰੀ ਜਾਣਕਾਰੀ ਲਵਾਂਗੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਤੁਹਾਨੂੰ ਵਧਾਈ, ਤੁਹਾਡਾ ਐਡਾ ਵੱਡਾ ਇਹ ਸਾਰਾ ਕੋਆਪਰੇਟਿਵ ਸੁਸਾਇਟੀ ਦਾ ਦੇਖ ਕੇ ਤੇ ਤੁਸੀਂ ਵਧਾਈ ਦੇ ਪਾਤਰ ਹੋ। ਧੰਨਵਾਦ ਜੀ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਪੰਜਾਬ ਨੈਸ਼ਨਲ ਟੀਵੀ ਦਾ, ਜਿਹੜੇ ਸਾਡੇ ਅੱਜ ਵਿਹੜੇ ਵਿੱਚ ਆਏ ਆ ਤੇ ਸਾਡੀ ਸੁਸਾਇਟੀ ਨੂੰ ਚਾਰ ਚੰਨ ਲਾਇਆ ਜੀ। ਵੈਲਕਮ ਵੀਰ ਜੀ। ਤੇ ਬਹੁਤ ਖੁਸ਼ੀ ਹੋਈ ਹੈ। ਸਾਡੇ ਸੁਸਾਇਟੀ ਦੇ ਵਿੱਚ ਜਿਹੜਾ ਮੈਂਬਰ ਸਾਡੇ ਕੋਲ ਆਉਂਦੇ ਆ, ਸਮਾਨ ਲੈਣ ਆਉਂਦੇ ਆ, ਉਹਦੇ ਵਾਸਤੇ ਅਸੀਂ ਆਪਣੇ ਵੱਲੋਂ
ਇਹੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਇੱਜ਼ਤ ਦਿੱਤੀ ਜਾਵੇ, ਮਾਣ ਸਤਿਕਾਰ ਦਿੱਤਾ ਜਾਵੇ ਤੇ ਉਹ ਸਾਡੇ ਨਾਲ ਜੁੜੇ ਰਹਿਣ। ਇਸ ਦੇ ਨਾਲ ਹੀ ਜਿਹੜੇ ਸਾਡੇ ਕੋਲ ਮੈਂਬਰਸ ਆਉਂਦੇ ਨੇ ਉਹਨਾਂ ਨੂੰ ਕਾਫੀ ਫਾਇਦਾ ਵੀ ਹੁੰਦਾ ਹੈ, ਕਿਉਂਕਿ ਹਰ ਇੱਕ ਚੀਜ਼ MRP ਤੋਂ ਕਾਫੀ ਲੈਸ ਮਿਲਦੀ ਹੈ। ਜੇਕਰ ਕੋਈ ਬੰਦਾ 500 ਦਾ ਸਮਾਨ ਲੈਂਦਾ ਤਾਂ ਘੱਟ ਤੋਂ ਘੱਟ ਉਹਨੂੰ 50 ਰੁਪਏ ਦੇ ਕਰੀਬ ਫਾਇਦਾ ਹੋ ਜਾਂਦਾ ਹੈ ਜੀ। ਆਪਾਂ ਲਈਏ ਜਾਣਕਾਰੀ ਤੁਹਾਡੇ ਤੋਂ ਕਿਹੜੀਆਂ ਇਸ ਵਕਤ ਚੀਜ਼ਾਂ ਹੈਗੀਆਂ ਤਾਂ ਕੀ ਲੋਕਾਂ ਨੂੰ ਤੁਸੀਂ ਇਹ ਕਿਹੜਾ ਸੈਕਸ਼ਨ ਤੁਹਾਡਾ ਜੀ? ਸਾਡੀ ਸ਼ੁਰੂਆਤ ਜਿਹੜੀ ਹੋਈ ਆ ਇੱਥੋਂ ਬੇਰਕਾ ਮਿਲਕ ਤੋਂ ਹੋਈ ਆ ਜੀ। ਇਹ ਬੇਰਕਾ ਮਿਲਕ ਦਾ ਸੈਕਸ਼ਨ ਹੈਗਾ ਆ। ਇਹ ਕਨਫੈਕਸ਼ਨਰੀ ਸਰਕਲ ਸਾਡਾ ਹੈਗਾ ਆ ਤੇ ਸਵੇਰੇ 6:15 ਵਜੇ ਦੇ ਕਰੀਬ ਸਾਡੀ ਸੁਸਾਇਟੀ ਖੁੱਲ ਜਾਂਦੀ ਆ ਜੀ ਤੇ ਰਾਤ ਨੂੰ 8 ਵਜੇ ਤੱਕ ਅਸੀਂ ਇੱਥੇ ਸੇਵਾ ਵਿੱਚ ਹਾਜ਼ਰ ਰਹਿੰਦੇ ਆ ਜੀ। ਜੀ ਤੇ ਫਿਰ 7 ਦਿਨ ਖੋਲਦੇ ਆ ਜਾਂ ਕਿੱਦਾਂ? ਸੁਸਾਇਟੀ ਹਾਂਜੀ 7 ਦਿਨ ਖੋਲਦੇ ਆ, ਸਾਲ ਦੇ 365 ਦਿਨ ਖੋਲਦੇ ਆ। ਸਿਰਫ ਸੰਡੇ 12 ਵਜੇ ਕਲੋਜ਼ ਕਰ ਦਿੰਦੇ ਆ ਤੇ ਲੇਕਿਨ ਓਪਨ ਕਰਨ ਦਾ ਟਾਈਮ ਸਾਡਾ ਉਹੀ ਆ 6:15 ਵਜੇ ਡੇਲੀ ਦਾ। ਤੇ ਇਹ ਫਿਰ ਜਿੰਨਾ ਇਹ ਤੁਹਾਡਾ ਹੈਗਾ ਕਨਫੈਕਸ਼ਨਰੀ ਤੇ ਜਿਹੜਾ ਪੈਕਿੰਗ ਆਈਟਮਾਂ ਜਿਹੜੀਆਂ ਹੈਗੀਆਂ ਤੇ ਕਿਹਦੀ ਜਿਹੜੀ ਪਰਚੇਜ ਫਿਰ ਕਰਦੇ ਉਹ ਕਿੱਥੋਂ ਕਰਦੇ? ਜਿਹੜੇ ਤਾਂ ਸਾਡੇ ਕੋਲ ਬਹੁਤੇ ਸਮਾਨ ਹੈਗੇ ਆ ਉਹ ਮਾਰਕਫੈਡ ਤੋਂ ਹੀ ਆਉਂਦੇ ਨੇ। ਜੋ ਮਾਰਕਫੈਡ ਤੋਂ ਸਾਨੂੰ ਅਵੇਲ ਨਹੀਂ ਹੁੰਦੇ ਉਹ ਅਸੀਂ ਵਾਲਮਾਰਟ ਤੋਂ ਲੈਂਦੇ ਆ ਤੇ ਵਾਲਮਾਰਟ ਤੋਂ ਇਲਾਵਾ ਫਿਰ ਅਸੀਂ ਰੇਟ ਕੰਪੇਅਰ ਕਰਦੇ ਆ, ਉਹ ਫਿਰ ਓਪਨ ਮਾਰਕੀਟ ਵਿੱਚੋਂ ਲਿਆ ਜਾਂਦਾ। ਜਿਸ ਤਰ੍ਹਾਂ ਮਾਰਕਫੈਡ ਦੇ ਬਹੁਤ ਵਧੀਆ ਪ੍ਰੋਡਕਟ ਆਉਂਦੇ ਨੇ, ਜਿਵੇਂ ਸੋਨੇ ਦਾ ਲੈਮਨ ਪਿਕਲ ਆ, ਮਾਰਕੀਟ ਦੇ ਵਿੱਚੋਂ ਇਹ ਬੜਾ ਟੇਸਟ ਮਿਲਦਾ ਹੀ ਨਹੀਂ। NRI ਪਬਲਿਕ ਵੀ ਬਹੁਤ ਪਸੰਦ ਕਰਦੀ ਹੈ ਤੇ ਇਹਨੂੰ ਜ਼ਰੂਰ ਲੈ ਕੇ ਜਾਂਦੀ ਆ। ਇਹ ਜਿਹੜਾ ਬੇਰਕਾ ਦੇ ਹੋ ਗਏ ਜਾਂ ਮਾਰਕਫੈਡ ਦੇ ਹੋਰ ਚੀਜ਼ਾਂ ਹੈਗੀਆਂ, ਇਹ ਪੂਰੀ ਰੇਂਜ ਤੁਹਾਡੇ ਕੋਲ ਉੱਥੋਂ ਸਾਰੀ ਫਿਰ ਆਉਂਦੀ ਆ ਪੰਜਾਬ ਸਰਕਾਰ ਦੀ? ਜੀ ਬਿਲਕੁਲ। ਅਸੀਂ ਸਾਡੇ ਕੋਲ ਮਾਰਕਫੈਡ ਦੀ ਜਿਹੜੀ ਰੇਂਜ ਹੈ, ਅਸੀਂ ਮਾਰਕਫੈਡ ਦੇ FSO ਸਾਹਿਬ ਨੂੰ ਆਪਣੀ ਡਿਮਾਂਡ ਦੱਸ ਦਿੰਦੇ ਆ ਤੇ ਉਹ ਸਾਡੀ ਡਿਮਾਂਡ ਜਿਹੜੀ ਅੱਗੇ ਪ੍ਰੋਵਾਈਡ ਕਰਵਾ ਦਿੰਦੇ ਆ ਸਾਨੂੰ। ਵਿਦਿਨ 2 ਡੇਜ਼ ਸਾਨੂੰ ਸਮਾਨ ਮਿਲ ਜਾਂਦਾ ਜੋ ਵੀ ਸਾਡੀ ਡਿਮਾਂਡ ਹੁੰਦੀ ਆ। ਤੇ ਜਿਹੜਾ ਪੈਸੇ ਦਾ ਲੈਣ ਦੇਣ ਆ ਫਿਰ ਉਹ ਬੇਰਕਾ ਦੇ ਨਾਲ ਤੁਸੀਂ ਫਿਰ ਉਹ ਕਿਵੇਂ ਚੈੱਕ ਥਰੂ ਕਰਦੇ ਹੋ ਜਾਂ ਕਿੱਦਾਂ ਕਰਦੇ ਹੋ? ਸਾਡੀ ਜਿਹੜੀ ਟੋਟਲੀ ਟ੍ਰਾਂਜੈਕਸ਼ਨ ਆ ਉਹ ਟ੍ਰਾਂਸਫਰ ਹੈਗੀ ਆ, ਮੀਨਸ ਕਿ ਬੈਂਕਿੰਗ ਦੇ ਰਾਹੀਂ ਆ ਜਾਂ ਚੈੱਕ ਦੇ ਰਾਹੀਂ ਜਾਂ RTGS ਦੇ ਰਾਹੀਂ। ਟੋਟਲੀ ਜਿੰਨੇ ਵੀ ਸਾਡੀ ਪਰਚੇਜ਼ ਹੈਗੀ ਆ ਉਹ ਸਾਰੀ ਚੈੱਕ ਤੇ RTGS ਦੇ ਰਾਹੀਂ ਆ। ਕੋਈ ਵੀ ਇੱਕ ਪੈਸੇ ਦੀ ਵੀ ਕੈਸ਼ ਪਰਚੇਜ਼ ਨਹੀਂ ਹੈਗੀ ਜੀ। ਇਹ ਫਿਰ ਇੱਕ ਕਰਿਆਨਾ ਸੈਕਸ਼ਨ ਜੀ? ਇਹ ਸਾਡਾ ਕਰਿਆਨਾ ਸੈਕਸ਼ਨ ਹੈ ਜੀ। ਉੱਧਰ ਜਿੰਨਾ ਵੀ ਸਮਾਨ ਅਸੀਂ ਦੇਖਿਆ ਉਹ ਸਾਰਾ ਕਨਫੈਕਸ਼ਨਰੀ ਸੈਕਸ਼ਨ ਜੋ ਸ਼ੌਂਕੀਆ ਤੌਰ ਤੇ ਹੀ ਕਸਟਮਰ ਖਰੀਦਦਾ, ਜਿਵੇਂ ਮੈਗੀ ਹੋ ਗਈ, ਜੂਸ ਹੋ ਗਿਆ, ਇਹ ਜ਼ਰੂਰਤ ਕੋਈ ਨਹੀਂ, ਸ਼ੌਂਕੀਆ ਆਈਟਮ ਆ। ਇੱਧਰ ਸਾਰਾ ਹੀ ਉਹ ਸਮਾਨ ਹੈ ਜਿਹੜਾ ਘਰਾਂ ਦੇ ਵਿੱਚ ਚਾਹੀਦਾ ਆ। ਹਾਂ ਤੇ ਤਕਰੀਬਨ 300 ਦੇ ਕਰੀਬ ਕਸਟਮਰ ਸਾਡਾ ਇਸ ਕਾਊਂਟਰ ਦੇ ਉੱਪਰ ਵਿਜ਼ਿਟ ਕਰਦਾ ਹੈ। ਇਹ ਤੁਹਾਡੇ ਖਰੀਦਦਾਰ ਗਾਹਕ ਨੇ, ਇਹਨਾਂ ਨਾਲ ਕਰੀਏ ਗੱਲਬਾਤ। ਅੱਛਾ ਜੀ, ਕਿਵੇਂ ਸੁਸਾਇਟੀ ਦੇ ਪ੍ਰਬੰਧ ਨੂੰ ਦੇਖ ਕੇ ਤਾਂ ਲੱਗਦਾ ਵਧੀਆ, ਤੁਹਾਡਾ ਤਜਰਬਾ ਕੀ ਕਹਿੰਦਾ? ਇਹ ਜਿਹੜਾ ਸਟੱਡੀ ਦਾ ਜਿਹੜਾ ਕਾਰੋਬਾਰ ਹੈ ਜੀ ਤੇ ਕਰਿਆਨੇ ਦਾ, ਇਹ 'ਚ ਕੁਆਲਿਟੀ ਪੱਖੋਂ, ਰੇਟ ਪੱਖੋਂ, ਜਾਣੀ ਕਿ ਇੱਥੇ ਕੋਈ ਲਿਆ ਕੇ ਲਿਸਟ ਦੇ ਦਿਓ ਤੇ ਕੋਈ ਵੀ ਮਨ ਦੇ ਵਿੱਚ ਇਹ ਨਹੀਂ ਹੁੰਦੀ ਵੀ ਕੋਈ ਠੱਗਿਆ ਜਾਊਗਾ ਜਾਂ ਕੁਆਲਿਟੀ ਮਾੜੀ ਮਿਲ ਜੂ। ਜਾਣੀ ਕਿ ਬਹੁਤ ਭਰੋਸੇਯੋਗ ਇਕਬਾਲ ਸਿੰਘ ਭਾਜੀ ਜਦੋਂ ਦੇ ਆਏ ਆ, ਇਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕੀਤੀ ਇਸ ਸਟੱਡੀ ਨੇ। ਤੇ ਜਿਵੇਂ ਆਪਾਂ ਕਹਿ ਦਈਏ ਕਿ ਸਾਫ ਸਫਾਈ ਜਾਂ ਹੋਰ ਇਸ ਚੀਜ਼ ਨੂੰ ਲੈ ਕੇ? ਸਾਫ ਸਫਾਈ ਵੱਲੋਂ ਤਾਂ ਤੁਸੀਂ ਇੰਨਾ ਰੱਖੋ ਵੀ ਇਹ ਸੋਨੇ ਦੀ ਦੁਕਾਨ ਵਾਲੀ ਹੀ ਕੰਮ ਆ। ਕਰਿਆਨਾ ਇਹਨਾਂ ਦਾ ਦੇਖ ਲਓ, ਐਨ ਸਾਫ ਸੁਥਰਾ ਤੇ ਵਧੀਆ ਕੁਆਲਿਟੀ ਵਜੋਂ ਬਹੁਤ ਭਰੋਸੇਯੋਗ ਹੈ, ਵਧੀਆ। ਕਿ ਜਿਹੜਾ ਅਕਸਰ ਕੀ ਹੁੰਦਾ ਸਰਕਾਰੀ ਅਦਾਰਿਆਂ ਦਾ ਜਿਹੜਾ ਨਾ ਸਟਾਫ ਹੁੰਦਾ ਆ ਉਹ ਖਾਉਂ ਬੜੂ ਬਹੁਤ ਲੋਕਾਂ ਨੂੰ ਕਰਦਾ, ਪਬਲਿਕ ਦੀਆਂ ਆਮ ਸ਼ਿਕਾਇਤਾਂ ਹੁੰਦੀਆਂ। ਇੱਥੇ ਦਾ ਸਟਾਫ ਬਾਰੇ ਕੀ ਤਜਰਬਾ? ਇਹ ਜਿਹੜਾ ਮਾਰਕਫੈਡ ਸਟੱਡੀ ਦਾ ਅਦਾਰਾ ਜੀ, ਇਹ ਤਾਂ ਬਹੁਤ ਪ੍ਰੇਮ ਨਾਲ ਹਰ ਇੱਕ ਨਾਲ ਗੱਲ ਕਰਦਾ ਜੀ ਤੇ ਹਰ ਇੱਕ ਦੇ ਭਰੋਸੇ ਨੂੰ ਮੱਦੇ ਨਜ਼ਰ ਰੱਖ ਕੇ ਰੱਖਦਾ, ਤਾਂ ਹੀ ਇੱਥੇ ਰਚ ਪੈਂਦਾ ਜੀ। 300 ਬੰਦਾ ਜਿਹੜਾ ਗਾਹਕ ਆ ਉਹ ਜੁੜਿਆ। ਨਹੀਂ ਤਾਂ ਜੇ ਆਪਾਂ ਕਿਸੇ ਨੂੰ ਅੱਜ ਵੀ ਖਿਲਾਫ ਬੋਲਦੇ ਹਾਂ ਤਾਂ ਅਗਲਾ ਦੂਜੀ ਵਾਰੀ ਇੱਕ ਦੇ ਨਾਲ ਇੱਕ ਟੁੱਟ ਕੇ ਚਲੇ ਜਾਂਦਾ। ਇਹਦੇ ਨਾਲ ਇੱਕ ਨਾਲ 5-7 ਜੁੜ ਕੇ ਨਾਲ ਆਉਂਦੇ ਆ, ਤਾਂ ਹੀ ਇੱਥੇ ਦੇਖ ਲਓ ਕਿੰਨਾ ਲਾਈਨ ਲੱਗਾ, ਰਚ ਪਿਆ ਰਹਿੰਦਾ ਜੀ। ਬਹੁਤ ਮਿਲਾਪ ਇਹਨਾਂ ਦਾ ਵਧੀਆ। ਫਿਰ ਇਕਬਾਲ ਸਿੰਘ ਜੀ, ਸੁਸਾਇਟੀ ਦੇ ਜਿੱਦਾਂ ਮੈਂਬਰ ਹੁੰਦੇ ਨੇ, ਪਿੰਡਾਂ 'ਚ ਬਣਦੇ ਨੇ ਮੈਂਬਰ, ਨੌਨ ਐਗਰੀਕਲਚਰ ਤੇ ਐਗਰੀਕਲਚਰ ਕਿੰਨੇ ਕੁ ਮੈਂਬਰ? ਸਾਡੇ ਜਿਹੜੇ ਮੈਂਬਰ ਨੇ ਉਹ ਤਾਂ ਤਕਰੀਬਨ 1200 ਦੇ ਕਰੀਬ ਨੇ, ਲੇਕਿਨ ਐਕਟਿਵ ਮੈਂਬਰ ਜਿਹੜੇ ਆ ਤਕਰੀਬਨ 200 ਦੇ ਕਰੀਬ ਹੀ ਆ। ਬਹੁਤਾ ਜਿਹੜਾ ਕਾਰੋਬਾਰ ਆ ਨੌਨ ਮੈਂਬਰਸ ਦੇ ਨਾਲ ਹੀ ਆ। ਜ਼ਿਆਦਾਤਰ ਨੌਨ ਮੈਂਬਰਸ ਵੀ ਸਾਡੇ ਕੋਲ ਆਉਂਦੇ ਆ ਕਿਉਂਕਿ ਸਹੂਲਤਾਂ ਸਾਰਿਆਂ ਨੂੰ ਇੱਕੋ ਜਿਹੀਆਂ ਹੀ ਆ ਤੇ ਜਿਹੜਾ ਪ੍ਰੋਫਿਟ ਵੰਡਿਆ ਜਾਂਦਾ ਆ ਉਹ ਸਿਰਫ ਮੈਂਬਰਾਂ ਦੇ ਵਿੱਚ ਹੀ ਵੰਡਿਆ ਜਾਂਦਾ ਆ। ਹਾਂਜੀ, ਇਹਦੇ ਨਾਲ ਫਿਰ ਲੋਕ ਇਨਕਰਜ ਨਹੀਂ ਹੁੰਦੇ ਵੀ ਹਾਂ ਸਾਨੂੰ ਬੈਠਿਆਂ ਨੂੰ ਸੇਲ ਜਿਹੜਾ ਇਕਬਾਲ ਸਿੰਘ ਤੋਂ ਦੀ ਟੀਮ ਕਰ ਰਹੀ ਆ, ਸਾਨੂੰ ਬੈਠਿਆਂ ਨੂੰ ਮੁਨਾਫਾ ਆ ਗਿਆ, ਉਹਦੇ ਨਾਲ ਫਿਰ ਤੁਹਾਡੇ ਮੈਂਬਰ ਵੱਧਦੇ ਨਹੀਂ ਹੋ? ਬਿਲਕੁਲ ਸਹੀ ਗੱਲ ਹੈ ਜੀ। ਇਹ ਤਾਂ ਹੁੰਦਾ ਹੀ ਹੈ ਕਿਉਂਕਿ ਇੱਕੋ ਹੀ ਇੱਕ ਕੋਆਪਰੇਟਿਵ ਅਦਾਰਾ ਆ ਜਿਹੜਾ ਆਪਣਾ ਸਾਰੀ ਬੈਲੈਂਸ ਸ਼ੀਟ ਖੋਲ ਕੇ ਆਮ ਇਜਲਾਸ ਦੇ ਵਿੱਚ ਸਭ ਦੇ ਸਾਹਮਣੇ ਦੱਸਦਾ ਆ। ਇੱਕ ਬਹੁਤ ਜ਼ਿਆਦਾ ਪਾਰਦਰਸ਼ਤਾ ਆ ਸਾਡੇ ਇਸ ਅਦਾਰੇ ਦੇ ਵਿੱਚ ਤੇ ਉਹਦੇ ਵਿੱਚ ਹੀ ਅਸੀਂ ਆਪਣਾ ਇਹ ਮੁਨਾਫਾ ਵੰਡਦੇ ਆ ਤੇ ਹਰ ਇੱਕ ਮੈਂਬਰ ਨੂੰ ਖੁਸ਼ੀ ਪ੍ਰਦਾਨ ਕਰਦੇ ਆ। ਤੁਹਾਡੇ ਨਾਲ ਹੋਰ ਗੱਲਬਾਤ ਵੀ ਤੇ ਨਾਲੇ ਤੁਹਾਡੇ ਦੂਜੇ ਸੈਕਸ਼ਨ ਦੇਖਦੇ ਆ ਕਿ ਦਰਸ਼ਕੋ ਗੱਲ ਕਰਾਂਗੇ ਕਿ ਮੁਨਾਫਾ
ਕਿੰਨਾ ਹੋ ਰਿਹਾ ਤੇ ਲਾਸਸ ਕੀ ਨੇ ਤੇ ਕੀ ਗਵਰਨਮੈਂਟ ਨੂੰ ਕੋਈ ਜਿਹੜਾ ਟੈਕਸ ਦੇ ਰਹੇ ਨੇ ਉਹਦੇ ਸੰਬੰਧੀ ਵੀ ਗੱਲਬਾਤ ਕਰਾਂਗੇ। ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਵਕਤ ਕੋਆਪਰੇਟਿਵ ਸੁਸਾਇਟੀ ਦੀਆਂ, ਜਿਹਨੂੰ ਦੇਖ ਕੇ ਲੱਗ ਨਹੀਂ ਰਿਹਾ ਕਿ ਇਹ ਸਰਕਾਰੀ ਅਦਾਰਾ ਹੈ, ਇੱਕ ਪ੍ਰਾਈਵੇਟ ਅਦਾਰੇ ਦੀ ਤਰ੍ਹਾਂ, ਇੱਕ ਸੁਪਰ ਮਾਰਕੀਟ ਦੀ ਤਰ੍ਹਾਂ ਜਿਹੜਾ ਇਹ ਅਦਾਰਾ ਚੱਲ ਰਿਹਾ। ਇਕਬਾਲ ਸਿੰਘ ਜੀ, ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਵੀ ਜਿਹੜਾ ਤੁਸੀਂ ਪ੍ਰੋਫਿਟ ਹੁੰਦਾ ਤੁਹਾਡਾ ਮੈਂਬਰਾਂ ਦੇ ਵਿੱਚ ਡਿਸਟ੍ਰੀਬਿਊਸ਼ਨ ਵੀ ਹੋ ਜਾਂਦੀ ਆ, ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਕੀ ਦਿੰਦੇ ਹੋ? ਬਿਲਕੁਲ ਜੀ, ਦੇਖੋ ਜੀ, ਜੋ ਤਾਂ GST ਵਗੈਰਾ ਹੈਗਾ ਉਹ ਤਾਂ ਆਲਰੇਡੀ ਪੇਡ ਕਰਦੇ ਆ, ਤੇ ਉਸ ਤੋਂ ਇਲਾਵਾ ਸਾਡੀ ਜਿਹੜੀ ਸੁਸਾਇਟੀ ਹੈ ਇਨਕਮ ਟੈਕਸ ਵੀ ਪੇ ਕਰਦੀ ਹੈ। ਉਹ ਤਕਰੀਬਨ ਹਰ ਇੱਕ ਸਾਲ 15 ਲੱਖ ਤੋਂ ਜ਼ਿਆਦਾ ਹੀ ਹੁੰਦਾ ਜੀ। 15 ਲੱਖ ਤੋਂ ਮੇਰਾ ਖਿਆਲ ਨਹੀਂ ਕਦੇ ਘਟਿਆ ਹੋਵੇ। 15 ਲੱਖ ਦੇ ਕਰੀਬ ਅਸੀਂ ਇਨਕਮ ਟੈਕਸ ਜਿਹੜਾ ਪੇ ਕਰਦੇ ਹਾਂ ਜੀ। ਤੇ ਮੈਨੂੰ ਉਮੀਦ ਹੈ ਕਿ ਸ਼ਾਇਦ ਬੰਗਿਆਂ ਦੇ ਵਿੱਚੋਂ ਕਰਿਆਨੇ ਦੇ ਕੰਮ ਦੇ ਵਿੱਚੋਂ ਸੁਸਾਇਟੀ ਹੀ 15 ਲੱਖ ਦੇ ਕਰੀਬ ਦਿੰਦੀ ਹੋਵੇ। ਸ਼ਾਇਦ ਕੋਈ ਪ੍ਰਾਈਵੇਟ ਅਦਾਰਾ ਇੰਨਾ ਟੈਕਸ ਨਾ। ਬਕਾਇਦਾ ਰਿਟਰਨਾਂ ਭਰਦੇ ਸਾਰਾ ਕੁਝ? ਬਕਾਇਦਾ ਹਰ ਇੱਕ ਰਿਟਰਨ ਭਰਦੀ ਹੈ। ਬਕਾਇਦਾ CA ਆਡਿਟ ਆ, ਜਨਰਲ ਆਡਿਟ ਆ, ਇਨਸਪੈਕਸ਼ਨਾਂ ਰੂਟੀਨ ਦੇ ਵਿੱਚ ਹੁੰਦੀਆਂ। ਤੇ ਅਸੀਂ ਡੇਲੀ ਸਵੇਰੇ ਜਿਹੜਾ 6 ਵਜੇ ਦੇ ਕਰੀਬ ਸੁਸਾਇਟੀ ਖੋਲ੍ਹਦੇ ਹਾਂ, 6 ਸਵਾ 6 ਵਜੇ ਦੇ ਕਰੀਬ, ਸਾਡੇ ਕੋਲ 1-2 ਘੰਟੇ ਦੇ ਕਰੀਬ ਸਾਨੂੰ ਮਿਲ ਜਾਂਦੇ ਆ ਫਿਜ਼ੀਕਲ ਵੈਰੀਫਿਕੇਸ਼ਨ ਦੇ ਕਾਰਨ ਲਈ। ਅਸੀਂ ਆਪਣਾ ਸਟਾਕ ਵੀ ਡੇਲੀ ਆਪਣਾ ਕਿਤਾਬਾਂ ਦੇ ਨਾਲ ਵੈਰੀਫਾਈ ਕਰਦੇ ਹਾਂ ਕਿ ਕੀ ਉਹਨਾਂ ਮਿਲਦਾ ਆ ਜਾਂ ਫਰਕ ਤਾਂ ਨਹੀਂ ਇਹਦੇ ਵਿੱਚ ਆ ਰਿਹਾ। ਇਕਬਾਲ ਸਿੰਘ ਜੀ, ਜਿਵੇਂ ਦੇਖ ਰਹੇ ਕਿ ਤੁਹਾਡਾ ਇਹ ਤਕਰੀਬਨ ਸੁਪਰ ਸਟੋਰ ਟਾਈਪ ਹੈਗਾ, ਤੇ ਇਹ ਜਿਹੜੀਆਂ ਕਾਸਮੈਟਿਕ ਆਈਟਮ ਜਿਹੜੀਆਂ ਹੈਗੀਆਂ ਨੇ ਜਾਂ ਅੱਜ ਕੱਲ੍ਹ ਰੂਟੀਨ 'ਚ ਬਣ ਗਈਆਂ, ਜਿਵੇਂ ਕਿ ਬੱਚਿਆਂ ਦੇ ਨੈਪੀ ਹੋ ਗਿਆ, ਸ਼ੈਂਪੂ ਹੋ ਗਿਆ, ਸਾਬਣ ਹੋ ਗਿਆ, ਜਾਂ ਹੋਰ ਜਿਹੜੇ ਟੋਇਲਟਰੀਜ਼ ਨੇ, ਹੈ ਨਾ, ਤੇ ਇਹ ਚੀਜ਼ ਨੂੰ ਲੈ ਕੇ ਫਿਰ ਕਿੰਨਾ ਕੁ ਤੁਹਾਡੇ ਕੋਲ ਗਾਹਕ ਆਉਂਦਾ? ਤਕਰੀਬਨ ਇਸ ਸੈਕਸ਼ਨ ਦੇ ਵਿੱਚ ਸਾਡਾ ਸਾਰਾ ਹੀ ਪਰਸਨਲ ਕੇਅਰ ਦਾ ਸਮਾਨ ਪਿਆ ਹੈ। ਇਹਦੇ ਵਿੱਚ ਕੋਈ ਵੀ ਖਾਣੇ ਪੀਣੇ ਵਾਲੀ ਆਈਟਮ ਨਹੀਂ, ਹਰ ਇੱਕ ਆਈਟਮ ਡਿਸਪਲੇ ਹੈ, ਕਿਉਂਕਿ ਪਹਿਲਾਂ ਸਾਡੇ ਮੈਂਬਰ ਦੇ ਅੱਖ ਨੂੰ ਇਹ ਪਸੰਦ ਆਏਗੀ, ਉਸ ਤੋਂ ਬਾਅਦ ਹੀ ਉਹ ਲਏਗਾ। ਹਰ ਇੱਕ ਆਈਟਮ ਜਿਹੜੀ ਹੈ ਡਿਸਪਲੇ ਹੈ। ਤਕਰੀਬਨ ਇਹ ਜਦੋਂ ਦਾ ਇਹ ਸੈਕਸ਼ਨ ਆਪਾਂ ਖੋਲ੍ਹਿਆ, ਉਹਦੇ ਨਾਲ ਸਾਡੀ ਇੱਧਰ ਨੂੰ ਗਾਹਕੀ ਕਹਿ ਲਈਏ ਜਾਂ ਬਹਾ ਕਹਿ ਲਈਏ, ਇੱਧਰ ਨੂੰ ਸਾਡਾ ਵਧਿਆ ਹੈ ਜੀ। ਹਾਂਜੀ, ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਤਕਰੀਬਨ ਕਾਸਮੈਟਿਕ ਦੇ ਵਿੱਚ ਮਾਰਜਨ ਬੜਾ ਘੱਟ ਹੁੰਦਾ ਆ, ਤਾਂ ਫਿਰ ਇਹਦੇ ਵਿੱਚ ਵੀ ਤੁਸੀਂ ਕਸਟਮਰ ਨੂੰ MRP ਜਾਂ ਪ੍ਰਿੰਟ ਤੋਂ ਥੱਲੇ ਲੈਸ ਦਿੰਦੇ? ਬਿਲਕੁਲ ਲੈਸ ਦਿੰਦੇ ਆ ਜੀ। ਕੋਸ਼ਿਸ਼ ਕਰਦੇ ਆ ਕਿ ਇਹਨਾਂ ਚੀਜ਼ਾਂ ਦੇ ਵਿੱਚ ਆਮ ਤੌਰ ਤੇ 10% ਲੈਸ ਤੇ ਸਾਨੂੰ ਮਿਲਦੀਆਂ, ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ 6% ਆਪਣੇ ਮੈਂਬਰ ਨੂੰ ਛੱਡੀਏ ਤੇ 4% ਆਪਣੀ ਸੁਸਾਇਟੀ ਲਈ ਰੱਖੀਏ। ਹਾਂਜੀ, ਅਸੀਂ 4% ਤੇ ਐਵਰੇਜ ਕੰਮ ਕਰਦੇ ਆ ਜੀ। ਤੇ ਆਪਾਂ ਜੇ ਸੈਕਸ਼ਨ 'ਚ ਖੜੇ ਆ, ਇਹ ਅਮੂਮਨ ਲੱਗ ਰਿਹਾ ਕਿ ਖਾਦ ਪਈ ਆ, ਕਿ ਕਿਸਾਨੀ ਨੂੰ ਜਿੱਦਾਂ ਆਪਾਂ ਕਹਿ ਸਕਦੇ ਆ ਕਿ ਵੱਡਾ ਲਾਹਾ ਦੇਣ ਲਈ ਜਾਂ ਕਿਸਾਨੀ ਨੂੰ ਜਿੱਦਾਂ ਘਾਟੇ ਜਾ ਰਹੀ ਆ, ਉਹਦੇ ਲਈ ਖਾਦ ਤੋਂ ਬਿਨਾਂ ਹੋਰ ਕੀ ਤੁਹਾਡੇ ਕੋਲ ਹੁੰਦਾ? ਅਸੀਂ ਖਾਦ ਤੋਂ ਇਲਾਵਾ ਸਾਡੇ ਕੋਲ ਮਾਰਕਫੈਡ ਦੇ ਐਗਰੋ ਕੈਮੀਕਲਸ ਆਉਂਦੇ ਨੇ। ਉਸ ਤੋਂ ਇਲਾਵਾ ਜੋ ਅੱਜ ਕੱਲ੍ਹ ਇਨਪੁਟਸ ਬਹੁਤ ਜ਼ਿਆਦਾ ਜ਼ਰੂਰੀ ਚਾਹੀਦੇ ਨੇ, ਆਰਗੈਨਿਕ ਇਨਪੁਟਸ ਫਰਟੀਲਾਈਜ਼ਰ ਦੇ ਵਾਸਤੇ, ਉਹ ਵੀ ਸਾਡੇ ਕੋਲ ਅਵੇਲ ਹੁੰਦੇ ਨੇ, ਜੋ ਅਸੀਂ ਸਿਰਫ ਤੇ ਸਿਰਫ ਮਾਰਕਫੈਡ ਤੋਂ ਹੀ ਲੈਂਦੇ ਹਾਂ। ਤੇ ਜਿਹੜੀਆਂ ਕੀੜੇ ਮਾਰ ਦਵਾਈਆਂ ਫਿਰ ਉਹ ਵੀ ਸੀਜ਼ਨ ਦੀਆਂ ਫਿਰ ਤੁਸੀਂ ਰੱਖਦੇ? ਬਿਲਕੁਲ, ਉਹ ਵੀ ਮਾਰਕਫੈਡ ਦੇ ਥਰੂ ਹੀ ਆਪਾਂ ਕੀੜੇ ਮਾਰ ਦਵਾਈਆਂ ਲੈਂਦੇ ਹਾਂ, ਕਿਉਂਕਿ ਉਹਨਾਂ ਦੀ ਕਦੇ ਵੀ ਕੋਈ ਕੰਪਲੇਂਟ ਨਹੀਂ ਆਉਂਦੀ ਹੈਗੀ। ਇਸ ਲਈ ਅਸੀਂ ਮਾਰਕਫੈਡ ਤੇ ਭਰੋਸਾ ਕਰਦੇ ਹਾਂ ਤੇ ਮਾਰਕਫੈਡ ਦੀਆਂ ਦਵਾਈਆਂ ਜਿਹੜੀਆਂ ਅਸੀਂ ਰੱਖਦੇ ਹਾਂ। ਇਕਬਾਲ ਸਿੰਘ ਜੀ, ਜਿਵੇਂ ਤੁਹਾਡਾ ਅਦਾਰਾ ਆ, ਜੋ ਮੈਂ ਹੁਣ ਤੱਕ ਦਾ ਆਪਣਾ ਤਜਰਬਾ ਦੱਸਦਾ ਵੀ ਬਈ ਅਦਾਰਾ ਦੇਖ ਕੇ ਲੱਗ ਨਹੀਂ ਰਿਹਾ ਸੀ ਕਿ ਕੋਆਪਰੇਟਿਵ ਸੁਸਾਇਟੀ ਦਾ ਆ। ਸਹਿਕਾਰੀ ਸਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਸਮੇਂ-ਸਮੇਂ 'ਤੇ ਆਪਣੇ ਉਪਰਾਲੇ ਕਰਦੀ ਆ, ਪਰ ਬਹੁਤੇ ਪਿੰਡਾਂ ਦੇ ਵਿੱਚ ਸੁਸਾਇਟੀਆਂ ਅਕਸਰ ਆਪਾਂ ਦੇਖੀਏ ਤਾਂ ਬਹੁਤਾਤ ਘਾਟੇ 'ਚ ਹੀ ਜਾਂਦੀਆਂ। ਤੁਹਾਡੀ ਸੁਸਾਇਟੀ ਮੁਨਾਫੇ 'ਚ ਜਾਣ ਦੇ ਜਿਹੜੇ ਆ ਤੱਥ ਤੁਸੀਂ ਦੱਸ ਦਿੱਤੇ ਨੇ। ਕਿੰਨੇ ਕੁ ਤੁਸੀਂ ਮੁਲਾਜ਼ਮ ਇਸ ਵਕਤ ਸਰਕਾਰ ਵੱਲੋਂ ਇੱਥੇ ਭੇਜੇ ਹੋ? ਕਿੰਨੇ ਕੁ ਤੁਹਾਡੇ ਕੋਲ ਪ੍ਰਾਈਵੇਟ ਤੁਸੀਂ EMPLOYE ਰੱਖੇ ਹੋਏ ਨੇ? ਇਹਦੇ ਬਾਰੇ ਜਾਣਕਾਰੀ ਦਿਓ ਜੀ। ਬਹੁਤ ਵਧੀਆ, ਸਾਨੂੰ ਸਰਕਾਰ ਦੇ ਜੋ ਵੀ ਸਾਡੇ ਅਫਸਰ ਨੇ, AR ਸਾਹਿਬਾਨ, DR ਸਾਹਿਬਾਨ, ਜਾਂ ਮਾਰਕਫੈਡ ਤੋਂ ਸਰਦਾਰ ਬਲਜਿੰਦਰ ਸਿੰਘ ਜੀ DM ਸਾਹਿਬ, ਤੇ ਉਹਨਾਂ ਦਾ ਸਾਨੂੰ ਸਾਰਿਆਂ ਦਾ ਬਹੁਤ ਸਹਿਯੋਗ ਰਿਹਾ। ਹਮੇਸ਼ਾ ਉਹ ਸਾਨੂੰ ਡਾਇਰੈਕਸ਼ਨ ਦਿੰਦੇ ਰਹੇ ਆ। ਤਕਰੀਬਨ ਜੋ ਵੀ ਅਸੀਂ ਆਪਣੀ ਡਿਮਾਂਡ ਭੇਜੀ ਆ, ਉਹ ਜਾਇਜ਼ ਡਿਮਾਂਡ ਹਰੇਕ ਉਹਨਾਂ ਨੇ ਸਾਡੀ ਪੂਰੀ ਕੀਤੀ ਹੈ। ਸਾਡੇ ਕੋਲ ਇਸ ਵੇਲੇ 4 EMPLOYEES ਪੱਕੇ ਤੌਰ ਤੇ ਕੰਮ ਕਰਦੇ ਨੇ ਤੇ 6 ਸਾਡੇ ਕੋਲ ਆਰਜੀ ਤੌਰ ਤੇ EMPLOYE ਨੇ, ਤੇ ਉਸ ਤੋਂ ਇਲਾਵਾ ਸਾਡੇ ਕੋਲ ਲੋਡਰ ਅਨਲੋਡ ਵਗੈਰਾ ਮਿਲਾ ਕੇ 16 ਕੁ ਦੇ ਕਰੀਬ ਮੁਲਾਜ਼ਮ ਕੰਮ ਕਰਦੇ ਨੇ। 3-4 ਮੁਲਾਜ਼ਮ ਸਾਨੂੰ ਮੁਫਤ ਵਿੱਚ ਮਿਲ ਜਾਂਦੇ ਨੇ, ਕੋਈ ਨਾ ਕੋਈ ਕੰਪਨੀ ਆਪਣਾ ਪ੍ਰਮੋਟਰ ਭੇਜ ਦਿੰਦੀ ਆ ਤੇ ਉਹ ਸਾਡੇ ਕੋਲ ਪੂਰਾ ਕੰਮ ਕਰਦੇ ਨੇ ਇੱਥੇ ਜੀ। ਤੇ ਜੇ ਆਪਾਂ ਗੱਲ ਕਰੀਏ ਵੀ ਕਈ ਵਾਰੀ ਕੀ ਹੁੰਦਾ ਆ, ਜਿੱਦਾਂ ਇਲੈਕਸ਼ਨਾਂ ਦੇ ਵਿੱਚ ਧੜੇਬੰਦੀਆਂ ਬਣ ਜਾਂਦੀਆਂ ਨੇ, ਤੇ ਜਦੋਂ ਤੁਹਾਡੀ ਇਸ ਕੋਆਪਰੇਟਿਵ ਸੁਸਾਇਟੀ ਦੀ ਇਲੈਕਸ਼ਨ ਹੁੰਦੀ ਆ ਤੇ ਉਸ ਵੇਲੇ ਕਿੱਦਾਂ ਦੇ ਹਾਲਾਤ ਹੁੰਦੇ ਨੇ? ਧੜੇਬੰਦੀਆਂ ਹੈਗੀਆਂ ਇੱਥੇ ਵੀ ਕਿ ਜਾਂ ਵਧੀਆ ਸਮੂਥ ਚੱਲ ਰਹੀ ਕਮੇਟੀ? ਧੜੇਬੰਦੀਆਂ ਹਰੇਕ ਏਰੀਏ ਦੇ ਵਿੱਚ ਹੁੰਦੀਆਂ, ਸਾਡੇ ਏਰੀਏ 'ਚ ਵੀ ਆ, ਪਰ ਸਾਡੀ ਸੁਸਾਇਟੀ ਦੇ ਵਿੱਚ ਕੋਈ
ਧੜੀਬੰਦੀ ਨਹੀਂ ਹੈਗੀ। ਇੱਥੇ ਹਮੇਸ਼ਾ ਹੀ ਜੋ ਸਰਬਸੰਮਤੀ ਹੋਈ ਹੈ, ਇਸ ਵਾਰ ਵੀ ਸਰਬਸੰਮਤੀ ਦੇ ਨਾਲ ਸਰਦਾਰ ਪਰਸ਼ੋਤਮ ਸਿੰਘ ਜੀ ਚੇਅਰਮੈਨ ਬਣੇ ਨੇ ਤੇ ਸਰਦਾਰ ਭੁਪਿੰਦਰ ਸਿੰਘ ਜੀ ਉਸ ਤੋਂ ਪਿਛਲੀ ਵਾਰੀ ਚੇਅਰਮੈਨ ਬਣੇ ਸੀ, ਉਹ ਵੀ ਸਰਬਸੰਮਤੀ ਦੇ ਨਾਲ ਸੀ। ਤੇ ਤਕਰੀਬਨ ਮੈਂ 22-23 ਸਾਲ ਤੋਂ ਇਸ ਅਦਾਰੇ ਵਿੱਚ ਹਾਂ ਤੇ ਹਮੇਸ਼ਾ ਸਰਬਸੰਮਤੀ ਦੇ ਨਾਲ ਹੀ ਹੋਇਆ। ਹਰੇਕ ਪਾਰਟੀ ਦੇ ਵੱਲੋਂ ਇੱਕ 2 ਨੁਮਾਇੰਦੇ ਆਪਣੇ ਭੇਜ ਦਿੱਤੇ ਜਾਂਦੇ ਆ ਤੇ ਉਹਨਾਂ ਦੇ ਵਿੱਚੋਂ ਹੀ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਹੋ ਜਾਂਦੀ ਆ। ਸਾਰੇ ਰਲ ਮਿਲ ਕੇ ਕੰਮ ਚਲਾਉਂਦੇ ਆ। ਇਸ ਅਦਾਰੇ ਦੇ ਵਿੱਚ ਮੈਂ ਕਦੇ ਵੀ ਸਿਆਸਤ ਭਾਰੂ ਹੁੰਦੀ ਨਹੀਂ ਦੇਖੀ, ਆਪਣੇ ਟਾਈਮ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਦੇਖੀ। ਤੇ ਜੇ ਆਪਾਂ ਹੁਣ ਅੰਤਮ ਸਵਾਲ ਤੇ ਆਈਏ, ਸਰਕਾਰ ਜੋ ਤੁਸੀਂ ਕਰ ਰਹੇ ਹੋ ਉਹ ਵਧੀਆ ਲੱਗ ਰਿਹਾ, ਕੀ ਸਰਕਾਰ ਤੋਂ ਹੋਰ ਮੰਗ ਕਰਦੇ ਆ ਕਿ ਇਸ ਸੁਸਾਇਟੀ ਨੂੰ ਅੱਗੇ ਲਿਜਾਣ ਲਈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਕੀ ਹੋਰ ਵਧੀਆ ਹੋ ਸਕਦਾ, ਜਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਇੱਕ ਮੈਪ ਹੁੰਦਾ, ਰੋਡ ਮੈਪ ਹੁੰਦਾ ਕੰਮ ਨੂੰ ਅੱਗੇ ਲਿਜਾਣ ਦਾ, ਉਹ ਕਿਵੇਂ ਆ? ਸਰਕਾਰ ਵੱਲੋਂ ਸਮੇਂ-ਸਮੇਂ ਤੇ ਹੌਸਲਾ ਅਫਜ਼ਾਈ ਤਾਂ ਮਿਲਦੀ ਰਹੀ ਆ। 15 ਅਗਸਤ 26 ਜਨਵਰੀ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ ਸੁਸਾਇਟੀ ਨੂੰ। ਇੱਥੋਂ ਪਿਛਲੀ ਵਾਰ ਦੇ ਸਹਿਕਾਰਤਾ ਮੰਤਰੀ ਜੀ ਵੀ ਸਪੈਸ਼ਲ ਤੌਰ ਤੇ ਵਿਜ਼ਿਟ ਆਏ ਆ। ਰਜਿਸਟਰਾਰ ਸਾਹਿਬ ਵੀ 2 ਵਾਰੀ ਸਾਡੀ ਸੁਸਾਇਟੀ ਦੇ ਵਿਜ਼ਿਟ ਤੇ ਆਏ ਆ। ਉਹਨਾਂ ਵੱਲੋਂ ਹਮੇਸ਼ਾ ਹੀ ਸਾਨੂੰ ਦਿਸ਼ਾ ਨਿਰਦੇਸ਼ ਮਿਲਦੇ ਰਹਿੰਦੇ ਨੇ। ਹੁਣ ਅਸੀਂ ਇੱਕ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਾਡਾ ਸਮਾਨ ਅਲੱਗ-ਅਲੱਗ ਜਗ੍ਹਾ ਤੇ ਪਿਆ, ਅਸੀਂ ਚਾਹੁੰਦੇ ਕਿ ਸਾਰਾ ਇੱਕ ਛੱਤ ਦੇ ਹੇਠਾਂ ਆ ਜਾਵੇ ਤੇ ਉਹਦੇ ਵਾਸਤੇ ਅਸੀਂ ਇੱਕ ਕੋਆਪਰੇਟਿਵ ਸਟੋਰ ਬਣਾਉਣ ਦੇ ਬਾਰੇ ਸੋਚ ਰਹੇ ਹਾਂ। ਉਸ ਦੇ ਵਾਸਤੇ ਜ਼ਰੂਰ ਸਰਕਾਰ ਤੋਂ ਕੋਈ ਨਾ ਕੋਈ ਅਪੀਲ ਕਰਾਂਗੇ ਕਿ ਇਹਦੇ ਵਾਸਤੇ ਸਾਡੀ ਮਦਦ ਕੀਤੀ ਜਾਵੇ ਜਾਂ ਮਨਜ਼ੂਰੀਆਂ ਟਾਈਮ ਸਿਰ ਮਿਲ ਜਾਣ ਸਾਨੂੰ। ਇਹ ਜਿਹੜਾ ਜਿੰਨੀ ਜਗ੍ਹਾ ਆ, ਜਿਹੜੀਆਂ ਤੁਹਾਡਾ ਸਾਰਾ ਇਹ ਦੁਕਾਨਾਂ ਨੇ, ਇਹ ਫਿਰ ਕਾਰਪੋਰੇਟ ਸੁਸਾਇਟੀ ਦੀਆਂ ਆਪਣੀਆਂ ਨੇ ਜਾਂ ਕਿਵੇਂ? ਬਿਲਕੁਲ, ਇਹ ਸਾਰੀਆਂ ਦੁਕਾਨਾਂ ਜਿੰਨੀਆਂ ਵੀ ਨੇ ਕੋਆਪਰੇਟਿਵ ਸੁਸਾਇਟੀ ਦੀਆਂ ਆਪਣੀਆਂ ਦੁਕਾਨਾਂ। ਹਾਂਜੀ, ਆਪਣੀ ਇਹ ਪ੍ਰਾਪਰਟੀ ਹੈ ਸਾਰੀ, ਕੋਈ ਵੀ ਚੀਜ਼ ਕਿਰਾਏ ਤੇ ਨਹੀਂ ਹੈਗੀ। ਹਾਂਜੀ। ਤੇ ਕਿਹੜੀ, ਜਿੱਦਾਂ ਉੱਥੇ ਲੱਗਾ 1952 ਦਾ ਬੋਰਡ ਲੱਗਾ ਆ, ਉਸ ਵੇਲੇ ਦਾ ਅਦਾਰਾ ਚੱਲ ਰਿਹਾ ਹੈ ਜਾਂ ਕਦੀ ਤੁਹਾਨੂੰ ਲੱਗਾ ਵੀ ਤੁਹਾਡੇ ਹੁੰਦੇ ਆ ਜਾਂ ਪਹਿਲਾਂ ਘਾਟੇ 'ਚ ਵੀ ਗਿਆ ਕਦੀ? ਜੀ ਬਿਲਕੁਲ, ਇਹ ਅਦਾਰਾ 1952 ਤੋਂ ਚੱਲਦਾ ਰਿਹਾ। ਸਮਾਂ ਪਾ ਕੇ ਸ਼ੁਰੂਆਤ ਦੇ ਵਿੱਚ ਤਾਂ ਕਾਫੀ ਵਧੀਆ ਚੱਲਦਾ ਸੀ, ਸੁਣਨ ਵਿੱਚ ਆਇਆ, ਤੇ ਤਕਰੀਬਨ 2000 ਤੋਂ ਬਾਅਦ ਥੋੜਾ ਇਹ ਲਾਸ ਵਿੱਚ ਗਿਆ ਤੇ ਦੁਬਾਰਾ ਫਿਰ ਜਿਸ ਵੇਲੇ ਸਾਰੇ ਨਵੇਂ ਸਾਥੀ ਆਏ ਤੇ ਨਵੀਂ ਕਮੇਟੀ ਆਈ, ਉਹਨਾਂ ਨੇ ਫਿਰ ਤੋਂ ਤਹਾਈਆ ਕੀਤਾ ਕਿ ਆਪਾਂ ਆਪਣੇ ਅਦਾਰੇ ਨੂੰ ਇੱਕ ਸਹਿਕਾਰਤਾ ਦਾ ਫੁੱਲ ਬਣਾਉਣਾ, ਜਿਹਦੀ ਖੁਸ਼ਬੂ ਸਾਰੇ ਪਾਸੇ ਆਵੇ। ਤੇ ਉਹ ਜਿਹੜਾ ਤਹਾਈਆ ਸੀ ਇਹ ਪੂਰਾ ਹੋਇਆ ਤੇ ਅੱਜ ਸਾਡਾ ਅਦਾਰਾ ਜਿਹੜਾ ਆ 5 ਕਰੋੜ ਨਰੋਲ ਮੁਨਾਫੇ ਤੇ ਆ। 5 ਕਰੋੜ ਨਰੋਲ ਮੁਨਾਫਾ ਫਿਰ ਜਿਹੜੇ ਤੁਹਾਡੇ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਹੈ ਫਿਰ ਉਹਨਾਂ ਵਿੱਚ ਡਿਵਾਈਡ ਹੁੰਦਾ ਹੈ? ਬਿਲਕੁਲ, ਜੋ ਵੀ ਸਾਡਾ ਮੁਨਾਫਾ ਆ ਉਹਨਾਂ ਦੇ ਵਿੱਚ ਬਰਾਬਰ ਵੰਡਿਆ ਜਾਂਦਾ, ਆਪਣੇ ਫੰਡਸ ਵਗੈਰਾ ਰੱਖ ਕੇ ਉਹ ਬਾਕੀ ਵੰਡ ਦਿੱਤਾ ਜਾਂਦਾ। ਇਕਬਾਲ ਸਿੰਘ ਜੀ, ਸਾਨੂੰ ਤੁਸੀਂ ਜਾਣਕਾਰੀ ਦਿੱਤੀ ਤੇ ਤੁਸੀਂ ਵਧਾਈ ਦੇ ਪਾਤਰ ਹੋ, ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ, ਧੰਨਵਾਦ ਤੁਹਾਡਾ ਜੀ। ਮੈਂ ਤਾਂ ਫਿਰ ਇਹੀ ਅਪੀਲ ਕਰੂੰਗਾ ਕਿ ਕੋਆਪਰੇਟਿਵ ਨਾਲ ਜੁੜੋ, ਸਹਿਕਾਰਤਾ ਨਾਲ ਜੁੜੋ ਤੇ ਆਪਣੇ ਆਪ ਸਾਡਾ ਜਿਹੜਾ ਦੇਸ਼ ਹੈ ਤੇ ਮੁਲਕ ਹੈ ਤਰੱਕੀ ਕਰੇਗਾ ਜੀ। ਸਰਦਾਰ ਇਕਬਾਲ ਸਿੰਘ ਦਾ ਮੰਨਣਾ ਆ ਕਿ ਜੇਕਰ ਕਿਸਾਨੀ ਬਚਾਉਣੀ ਆ, ਜੇਕਰ ਮਜ਼ਦੂਰ ਦੀ ਲੁੱਟ ਬਚਾਉਣੀ ਆ ਤੇ ਸਾਨੂੰ ਸਹਿਕਾਰਤਾ ਦੇ ਨਾਲ ਜੁੜਨਾ ਪਊਗਾ। ਕੋਆਪਰੇਟਿਵ ਸੁਸਾਇਟੀਆਂ ਸਾਨੂੰ ਤਕੜੀਆਂ ਕਰਨੀਆਂ ਪੈਣਗੀਆਂ ਔਰ ਸਰਕਾਰਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਵੱਲ ਬਹੁਤ ਵੱਡੇ ਪੱਧਰ ਤੇ ਧਿਆਨ ਦੇਣਾ ਪਊਗਾ ਕਿ ਛੋਟੀ ਕਿਸਾਨੀ ਤੇ ਮਜ਼ਦੂਰ ਵਰਗ ਨੂੰ ਜੇਕਰ ਬਚਾਉਣਾ ਤੇ ਕੋਆਪਰੇਟ ਅਦਾਰਿਆਂ ਦਾ ਤਕੜੇ ਹੋਣਾ ਬਹੁਤ ਅਤ ਲਾਜ਼ਮੀ ਆ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਕੀ ਕੋਆਪਰੇਟਿਵ ਅਦਾਰਿਆਂ ਨੂੰ ਬਾਕੀ ਸਰਕਾਰਾਂ ਦੇ ਮੁਕਾਬਲੇ ਕੋ ਵਧੀਆ ਹੋਰ ਸਹੂਲਤਾਂ ਦੇ ਕੇ ਅੱਗੇ ਲਿਜਾਂਦੀ ਆ ਕਿ ਜਾਂ ਜਿਵੇਂ ਪਿੰਡਾਂ ਦੇ ਵਿੱਚ ਧੜੇਬੰਦੀਆਂ ਹੁੰਦੀਆਂ ਆ ਤੇ ਉਹ ਧੜੇਬੰਦੀਆਂ ਤੋਂ ਬਾਅਦ ਬਹੁਤ ਸੁਸਾਇਟੀਆਂ ਹੀ ਦੇਖਦੇ ਆ ਕਿ ਬਹੁਤ ਘਾਟੇ 'ਚ ਹੀ ਜਾ ਰਹੀਆਂ ਨੇ। ਪਰ ਕੋਆਪਰੇਟਿਵ ਸੁਸਾਇਟੀ ਬੰਗਾ ਦੀ ਜੇ ਗੱਲ ਕੀਤੀ ਜਾਵੇ ਤੇ ਇੱਕ ਇੱਦਾਂ ਦਾ ਅਗਾਂਹ ਵਧੂ ਅਦਾਰਾ ਹੈ ਜਿਹਨੂੰ ਦੇਖ ਕੇ ਆਸੇ-ਪਾਸੇ ਦੀਆਂ ਸੁਸਾਇਟੀਆਂ ਨੂੰ ਵੀ ਇਹਨਾਂ ਤੋਂ ਮਾਰਗਦਰਸ਼ਨ ਲੈਣਾ ਚਾਹੀਦਾ। ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਕੈਮਰਾ ਪਰਸਨ ਵਰਿੰਦਰ ਦੇ ਨਾਲ ਗੁਰਨਾਮ ਸਿੰਘ ਬਿਲਗਾ, ਬੰਗਾ ਤੋਂ।